सुनो सनामा पाठ पढ़ावा, आओ बच्चों आओ बच्चों, सुनो सनामा पाठ पढ़ावा। ਉਹ ਸੁਣ ਕੇ ਹੁੰਦਾ ਪੂਰਾ ਯਾਦ ਸੈਂਸ ਪੰਜਾਬੀ ਅਤੇ ਹਿਸਾਬ, ਉਹ ਲੱਗੇ ਅੰਗਰੇਜ਼ੀ ਵੀ ਪਿਆਰੀ, ਹਿੰਦੀ ਸਮਾਜਿਕ ਪੜ੍ਹ ਲਓ ਸਾਰੀ, ਚੰਗੀਆਂ ਗੱਲਾਂ ਗੀਤ ਵੀ ਗਾਵਾਂ, ਸੁਣੋ ਸੁਣਾਵਾਂ ਪਾਠ ਪੜ੍ਹਾਵਾਂ, ਸੁਣੋ ਸੁਣਾਵਾਂ ਪਾਠ ਪੜ੍ਹਾਵਾਂ। ਦੁਆਬਾ ਰੇਡੀਓ। ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਅਧਿਆਪਕਾ ਪਰਮਜੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਚੂਹੜਵਾਲ, ਜ਼ਿਲ੍ਹਾ ਕਪੂਰਥਲਾ ਤੋਂ ਦੁਆਬਾ ਰੇਡੀਓ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਸਾਂਝ ਪਾ ਰਹੀ ਹਾਂ। ਅੱਜ ਆਪਾਂ 5ਵੀਂ ਜਮਾਤ ਦਾ ਵਿਸ਼ਾ ਵਾਤਾਵਰਨ ਪਾਠ 2 ਪ੍ਰਵਾਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪ੍ਰਵਾਸ ਇਸ ਸ਼ਬਦ ਤੋਂ ਭਾਵ ਹੈ ਕੰਮ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਸਰੀ ਥਾਂ, ਇੱਕ ਰਾਜ ਤੋਂ ਦੂਸਰੇ ਰਾਜ ਜਾਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਜਾਣਾ। ਇਸ ਪਾਠ ਵਿੱਚ ਵੀ ਪ੍ਰਵਾਸ ਨਾਲ ਸੰਬੰਧਿਤ ਤਜਰਬਿਆਂ ਤੇ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਗਿਆ ਹੈ। ਆਓ ਆਪਾਂ ਵੀ ਜਾਣਦੇ ਹਾਂ। ਸੋਨੂ ਦੇ ਪਿਤਾ ਜੀ ਥਰਮਲ ਪਲਾਂਟ ਵਿੱਚ ਇੰਜੀਨੀਅਰ ਸਨ। ਥਰਮਲ ਪਲਾਂਟ, ਇੱਥੇ ਗੱਲ ਕੀਤੀ ਜਾ ਰਹੀ ਹੈ ਥਰਮਲ ਪਾਵਰ ਪਲਾਂਟ ਦੀ, ਜਿੱਥੇ ਕਿ ਬਿਜਲੀ ਬਣਾਈ ਜਾਂਦੀ ਹੈ। ਬਿਜਲੀ ਬਣਾਉਣ ਵਾਲੇ ਇਹ ਪਲਾਂਟ ਕੋਇਲੇ ਦੀ ਸਹਾਇਤਾ ਨਾਲ ਚੱਲਦੇ ਹਨ। ਇੰਜੀਨੀਅਰ, ਤਕਨੀਕੀ ਮਾਹਿਰ, ਉਹ ਵਿਅਕਤੀ ਜੋ ਪਲਾਂਟ ਵਿੱਚ ਲੱਗੀਆਂ ਮਸ਼ੀਨਾਂ ਦੀ ਦੇਖਭਾਲ ਕਰਦਾ ਹੈ, ਉਹਨਾਂ ਨੂੰ ਚਲਾਉਂਦਾ ਹੈ। ਸੋਨੂ ਦੇ ਪਿਤਾ ਜੀ ਥਰਮਲ ਪਲਾਂਟ ਵਿੱਚ ਇੰਜੀਨੀਅਰ ਸਨ। ਹੁਣ ਉਹਨਾਂ ਦੀ ਬਦਲੀ ਦੂਰ ਨਵੇਂ ਬਣ ਰਹੇ ਥਰਮਲ ਪਲਾਂਟ ਵਿੱਚ ਹੋ ਗਈ ਸੀ, ਜਿਸ ਦਾ ਜ਼ਿਕਰ ਕੀਤਾ ਜਾ ਰਿਹਾ ਬੱਚੇ ਦਾ ਸੋਨੂ। ਉਸਦੇ ਪਿਤਾ ਜੀ ਇੰਜੀਨੀਅਰ ਸਨ ਤੇ ਹੁਣ ਉਹਨਾਂ ਦੀ ਬਦਲੀ ਹੋ ਗਈ ਸੀ ਦੂਸਰੇ ਥਰਮਲ ਪਲਾਂਟ ਵਿੱਚ। ਪਹਿਲੇ ਸਥਾਨ ਤੋਂ ਬਹੁਤ ਦੂਰ ਹੋਣ ਕਰਕੇ ਸੋਨੂ ਦੇ ਸਾਰੇ ਪਰਿਵਾਰ ਨੂੰ ਉੱਥੇ ਜਾਣਾ ਪੈਣਾ ਸੀ। ਨਵਾਂ ਜਿਹੜਾ ਥਰਮਲ ਪਲਾਂਟ ਸੀ ਉਹ ਪਹਿਲੇ ਥਰਮਲ ਪਲਾਂਟ ਤੋਂ ਕਾਫੀ ਦੂਰ ਸੀ, ਉੱਥੋਂ ਰੋਜ਼ ਆਉਣਾ ਜਾਣਾ ਸੰਭਵ ਨਹੀਂ ਸੀ। ਇਸ ਕਰਕੇ ਸੋਨੂ ਦੇ ਸਾਰੇ ਪਰਿਵਾਰ ਨੂੰ ਹੁਣ ਨਵੀਂ ਜਗ੍ਹਾ 'ਤੇ ਜਾਣਾ ਪੈਣਾ ਸੀ। ਨਵਾਂ ਥਰਮਲ ਪਲਾਂਟ ਸ਼ਹਿਰ ਤੋਂ ਕਾਫੀ ਦੂਰ ਦੇ ਇਲਾਕੇ ਵਿੱਚ ਬਣ ਰਿਹਾ ਸੀ। ਉੱਥੇ ਕੰਮ ਕਰਨ ਵਾਲਿਆਂ ਦੀ ਨਵੀਂ ਕਲੋਨੀ ਬਣਾਈ ਗਈ ਸੀ। ਸ਼ਹਿਰ ਤੋਂ ਦੂਰ ਸੀ। ਉੱਥੇ ਜਿੰਨੇ ਵੀ ਲੋਕ ਕੰਮ ਕਰਨ ਵਾਲੇ ਸਨ, ਉਹਨਾਂ ਲਈ ਉੱਥੇ ਘਰ ਜਾਂ ਕਮਰੇ ਬਣਾਏ ਗਏ ਸਨ, ਜਿਸ ਨੂੰ ਕਲੋਨੀ ਕਿਹਾ ਜਾਂਦਾ ਹੈ। ਸੋਨੂ ਨੂੰ ਉੱਥੋਂ ਦੇ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਜਦੋਂ ਸੋਨੂ ਦਾ ਪਰਿਵਾਰ ਉੱਥੇ ਚਲਾ ਗਿਆ ਤੇ ਸੋਨੂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਹ ਸੋਚ ਕੇ ਉਸ ਦਾ ਨਾਮ ਨਵੇਂ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਪਰ ਰਾਜੂ ਦਾ ਉੱਥੇ ਬਿਲਕੁਲ ਦਿਲ ਨਹੀਂ ਲੱਗ ਰਿਹਾ ਸੀ। ਪਰ ਉੱਥੇ ਰਾਜੂ ਦਾ ਦਿਲ ਨਹੀਂ ਸੀ ਲੱਗ ਰਿਹਾ, ਜਗ੍ਹਾ ਨਵੀਂ ਸੀ। ਹੋ ਸਕਦਾ ਉਸ ਨੂੰ ਆਪਣੇ ਪੁਰਾਣੇ ਜਿਹੜੇ ਮਿੱਤਰ ਸੀ ਉਹਨਾਂ ਦੀ ਯਾਦ ਆਉਂਦੀ ਹੋਵੇ। ਉਸ ਨੂੰ ਆਪਣੇ ਸ਼ਹਿਰ ਵਾਲੇ ਦੋਸਤ ਯਾਦ ਆ ਰਹੇ ਸਨ। ਬਿਲਕੁਲ ਉਸ ਨੂੰ ਆਪਣੇ ਪਹਿਲੇ ਸਕੂਲ ਦੇ, ਪਹਿਲੇ ਸ਼ਹਿਰ ਦੇ ਜੋ ਮਿੱਤਰ ਸਨ, ਉਹਨਾਂ ਦੀ ਯਾਦ ਆਉਂਦੀ ਸੀ। ਉਹ ਘਰ ਆ ਕੇ ਆਪਣੇ ਮੰਮੀ ਡੈਡੀ ਨੂੰ ਕਹਿਣ ਲੱਗਾ, ਇੱਥੇ ਮੇਰੇ ਕੋਈ ਦੋਸਤ ਨਹੀਂ ਹਨ, ਮੈਨੂੰ ਆਪਣੇ ਪੁਰਾਣੇ ਸਕੂਲ ਦੇ ਦੋਸਤ ਬਹੁਤ ਯਾਦ ਆਉਂਦੇ ਹਨ। ਉਸ ਦੀ ਮੰਮੀ ਨੇ ਸਮਝਾਇਆ ਕਿ ਥੋੜ੍ਹੇ ਦਿਨਾਂ ਵਿੱਚ ਉਸਦੇ ਇੱਥੇ ਵੀ ਦੋਸਤ ਬਣ ਜਾਣਗੇ, ਫਿਰ ਉਸ ਦਾ ਦਿਲ ਲੱਗ ਜਾਵੇਗਾ। ਉਸਨੇ ਆਣ ਕੇ ਆਪਣੀ ਮੰਮੀ ਨੂੰ ਦੱਸਿਆ ਕਿ ਦੋਸਤ ਇੱਥੇ ਨਹੀਂ ਹੈਗੇ, ਇਸ ਕਰਕੇ ਦਿਲ ਨਹੀਂ ਲੱਗਦਾ, ਤੇ ਪਹਿਲੇ ਜਿਹੜੇ ਮੇਰੇ ਮਿੱਤਰ ਹੈ ਮੈਨੂੰ ਬਹੁਤ ਯਾਦ ਆਉਂਦੀ ਆ। ਪਰ ਮੰਮੀ ਨੇ ਉਹਨੂੰ ਸਮਝਾਇਆ ਕਿ ਕੋਈ ਗੱਲ ਨਹੀਂ, ਥੋੜ੍ਹੇ ਦਿਨਾਂ ਦੇ ਵਿੱਚ ਤੇਰੇ ਇੱਥੇ ਵੀ ਨਵੇਂ ਦੋਸਤ ਮਿੱਤਰ ਬਣ ਜਾਣੇ ਆ, ਫਿਰ ਸਭ ਕੁਝ ਠੀਕ ਹੋ ਜਾਵੇਗਾ। ਸੋਨੂ ਦੀ ਮੰਮੀ ਦੀ ਗੱਲ ਠੀਕ ਹੀ ਨਿਕਲੀ।
ਕੁਝ ਦਿਨਾਂ ਬਾਅਦ ਹੀ ਨਵੇਂ ਸਕੂਲ ਵਿੱਚ ਸੋਨੂ ਦੇ ਬਹੁਤ ਸਾਰੇ ਦੋਸਤ ਬਣ ਗਏ। ਇਸ ਇਲਾਕੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸਨ ਜੋ ਉਸਨੇ ਪਹਿਲਾਂ ਨਹੀਂ ਸਨ ਦੇਖੀਆਂ। ਇਸ ਤਰ੍ਹਾਂ ਉਸਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਦਾ ਪਤਾ ਲੱਗਿਆ। ਨਵੀਂ ਜਗ੍ਹਾ ਸੀ, ਪਹਿਲਾਂ ਇਸ ਜਗ੍ਹਾ ਬਾਰੇ ਨਹੀਂ ਸੀ ਜਾਣਦਾ। ਹੁਣ ਉਹਦੇ ਜਦੋਂ ਇੱਥੇ ਦੋਸਤ ਮਿੱਤਰ ਨਵੇਂ ਬਣ ਗਏ, ਦਿਲ ਵੀ ਲੱਗਣਾ ਸ਼ੁਰੂ ਹੋ ਗਿਆ। ਜਦੋਂ ਬਾਹਰ ਨਿਕਲਿਆ ਤਾਂ ਉਸਨੂੰ ਬਹੁਤ ਕੁਝ ਨਵਾਂ ਦੇਖਣ ਨੂੰ, ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ। ਬੇਟਾ ਸੋਚਣਾ, ਤੁਸੀਂ ਦੋ ਚੀਜ਼ਾਂ ਸੋਚਣੀਆਂ ਨੇ। ਇੱਕ ਤਾਂ ਹੈ ਕਿ ਜੇ ਤੁਹਾਨੂੰ ਕਦੇ ਆਪਣਾ ਪਹਿਲਾ ਸਕੂਲ ਛੱਡ ਕੇ ਦੂਸਰੇ ਸਕੂਲ ਜਾਣਾ ਪਵੇ ਤਾਂ ਪਹਿਲੇ ਕੁਝ ਦਿਨ ਉੱਥੇ ਤੁਸੀਂ ਕੀ ਮਹਿਸੂਸ ਕਰੋਗੇ, ਕਿਸ ਤਰ੍ਹਾਂ ਦਾ ਤੁਹਾਨੂੰ ਲੱਗੇਗਾ, ਤੁਸੀਂ ਕੀ ਮਹਿਸੂਸ ਕਰੋਗੇ। ਹੋ ਸਕਦਾ ਹੈ ਕਿ ਤੁਹਾਨੂੰ ਉਹ ਜਗ੍ਹਾ ਬਿਲਕੁਲ ਚੰਗੀ ਨਾ ਲੱਗੇ, ਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਨਵੀਂ ਜਗ੍ਹਾ ਪਹਿਲੀ ਨਾਲੋਂ ਵਧੀਆ ਲੱਗੇ। ਦੂਸਰਾ, ਕੀ ਤੁਹਾਡੇ ਸਕੂਲ ਵਿੱਚ ਕਿਸੇ ਦੂਸਰੇ ਇਲਾਕੇ ਵਿੱਚ ਨਵਾਂ ਵਿਦਿਆਰਥੀ ਦਾਖਲ ਹੋਇਆ ਹੈ? ਉਸ ਨੂੰ ਪੁੱਛੋ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ। ਬਿਲਕੁਲ ਨਵੇਂ ਦੋਸਤ ਤਾਂ ਆਏ ਹੋਣਗੇ, ਪਰ ਕਰੋਨਾ ਵਾਇਰਸ ਕਾਰਨ ਸਾਡੇ ਸਕੂਲ ਬੰਦ ਹਨ, ਇਸ ਕਰਕੇ ਹੋ ਸਕਦਾ ਤੁਸੀਂ ਅਜੇ ਤੱਕ ਉਹਨਾਂ ਨੂੰ ਨਾ ਮਿਲੇ। ਉਮੀਦ ਕਰੋ ਹਾਲਾਤ ਜਲਦੀ ਠੀਕ ਹੋਣ, ਅਸੀਂ ਵਾਪਸ ਆਪਣੇ ਸਕੂਲਾਂ ਵਿੱਚ ਜਾਈਏ ਤੇ ਤੁਸੀਂ ਆਪਣੇ ਨਵੇਂ ਦੋਸਤਾਂ ਮਿੱਤਰਾਂ ਦੇ ਰੂਬਰੂ ਹੋ। ਤੇ ਉਸ ਵਕਤ ਜਿਹੜਾ ਵੀ ਤੁਹਾਡਾ ਨਵਾਂ ਮਿੱਤਰ ਆਇਆ ਹੋਏਗਾ ਜਮਾਤ ਦੇ ਵਿੱਚ, ਉਸ ਨੂੰ ਤੁਸੀਂ ਇਹ ਜ਼ਰੂਰ ਪੁੱਛਣਾ ਹੈ ਕਿ ਉਸ ਨੂੰ ਇਸ ਨਵੇਂ ਸਕੂਲ ਵਿੱਚ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ। ਕੁਝ ਦਿਨ ਬਾਅਦ ਸੋਨੂ ਦੀ ਉੱਥੇ ਕਾਫੀ ਜਾਣ ਪਹਿਚਾਣ ਹੋ ਗਈ। ਸੋਨੂ ਨੇ ਦੇਖਿਆ ਕਿ ਉੱਥੇ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਦੂਸਰੇ ਸੂਬਿਆਂ ਤੋਂ ਆਏ ਹੋਏ ਸਨ। ਉਹਨਾਂ ਨੂੰ ਪ੍ਰਵਾਸੀ ਲੋਕ ਕਿਹਾ ਜਾਂਦਾ ਸੀ। ਪ੍ਰਵਾਸੀ ਲੋਕ ਇਹਨਾਂ ਨੂੰ ਕਿਹਾ ਜਾਂਦਾ ਜਿਹੜੇ ਲੋਕ ਕੰਮ ਦੀ ਭਾਲ ਵਿੱਚ ਦੂਸਰੇ ਰਾਜ ਤੋਂ ਆਏ ਹੋਏ। ਹੁਣ ਸੋਨੂ ਨੇ ਜਦੋਂ ਬਾਹਰ ਨਿਕਲ ਕੇ ਜਾਣ ਪਹਿਚਾਣ ਬਣਾ ਲਈ ਲੋਕਾਂ ਦੇ ਨਾਲ, ਉਸਨੇ ਦੇਖਿਆ ਕਿ ਉੱਥੇ ਤਾਂ ਦੂਸਰੇ ਸੂਬਿਆਂ ਤੋਂ ਵੀ ਬੜੇ ਲੋਕ ਆਏ ਸੀਗੇ। ਉਹ ਛੋਟੇ ਛੋਟੇ ਕਮਰਿਆਂ ਵਿੱਚ ਰਹਿ ਰਹੇ ਸਨ। ਉਹਨਾਂ ਦੇ ਰਹਿਣ ਲਈ ਨਿੱਕੇ ਨਿੱਕੇ ਕਮਰੇ ਸਨ। ਮੀਂਹ ਹਨੇਰੀ ਆਉਣ ਉੱਤੇ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਸੀ। ਉਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਸਨ। ਹੁਣ ਸੋਨੂ ਜਦੋਂ ਬਾਹਰ ਨਿਕਲਿਆ, ਲੋਕਾਂ ਦੇ ਵਿੱਚ ਵਿਚਰਿਆ, ਤੇ ਉਸਨੂੰ ਪਤਾ ਲੱਗਿਆ ਕਿ ਪ੍ਰਵਾਸੀ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਤਾਂ ਉਹਨਾਂ ਦੇ ਕਮਰੇ ਬੜੇ ਨਿੱਕੇ ਨਿੱਕੇ ਸੀ, ਜਦੋਂ ਮੀਂਹ ਆਉਂਦਾ ਸੀ ਜਾਂ ਹਨੇਰੀ ਆਉਂਦੀ ਸੀ ਉਹਨਾਂ ਲਈ ਬੜੀ ਮੁਸੀਬਤ ਪੈਦਾ ਹੋ ਜਾਂਦੀ ਸੀ। ਉਹਨਾਂ ਦੇ ਬੱਚੇ ਵੀ ਸਕੂਲ ਨਹੀਂ ਸੀ ਜਾਂਦੇ। ਕਾਰਨ ਕੀ ਸੀ? ਉਹਨਾਂ ਦੀ ਭਾਸ਼ਾ ਵੱਖਰੀ ਹੋਣ ਕਰਕੇ ਉਹ ਇੱਥੋਂ ਦੇ ਸਕੂਲ ਵਿੱਚ ਪੜ੍ਹ ਨਹੀਂ ਸਕਦੇ ਸਨ। ਉਹ ਬੱਚੇ ਦੂਸਰੇ ਰਾਜ ਤੋਂ ਆਏ ਸੀ, ਉਹਨਾਂ ਦੀ ਮਾਤ ਭਾਸ਼ਾ ਹੋਰ ਸੀ, ਪਰ ਜਿੱਥੇ ਉਹ ਰਹਿ ਰਹੇ ਸਨ ਉਹ ਹੋਰ ਸੂਬਾ ਸੀ, ਉਸ ਸੂਬੇ ਦੀ ਭਾਸ਼ਾ ਕੋਈ ਹੋਰ ਸੀ, ਤੇ ਸਕੂਲਾਂ ਵਿੱਚ ਪੜ੍ਹਾਈ ਤਾਂ ਸੂਬੇ ਦੀ ਭਾਸ਼ਾ ਦੇ ਅਨੁਸਾਰ ਹੀ ਕਰਵਾਈ ਜਾਂਦੀ ਹੈ। ਉਹ ਸਾਰਾ ਦਿਨ ਇੱਧਰ ਉੱਧਰ ਘੁੰਮਦੇ ਰਹਿੰਦੇ ਸਨ, ਸਕੂਲ ਨਹੀਂ ਸੀ ਜਾਂਦੇ ਤੇ ਵਿਹਲੇ ਘੁੰਮਦੇ ਰਹਿੰਦੇ ਸੀ। ਸੋਨੂ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਉਹ ਬੱਚੇ ਕਿਵੇਂ ਪੜ੍ਹਾਈ ਕਰਨਗੇ। ਹੁਣ ਸੋਨੂ ਨੂੰ ਉਹਨਾਂ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਹੋਣ ਲੱਗੀ ਤੇ ਆਪਣੇ ਪਿਤਾ ਜੀ ਨੂੰ ਪੁੱਛਣ ਲੱਗਾ ਕਿ ਇਹ ਬੱਚੇ ਸਕੂਲ ਤਾਂ ਜਾਂਦੇ ਨਹੀਂ, ਸਾਰਾ ਦਿਨ ਇੱਧਰ ਉੱਧਰ ਘੁੰਮਦੇ ਰਹਿੰਦੇ ਆ, ਤੇ ਪੜ੍ਹਨਗੇ ਕਿਵੇਂ। ਹੁਣ ਪਿਤਾ ਜੀ ਉਹਨਾਂ ਨੂੰ ਉਸਨੂੰ ਦੱਸ ਰਹੇ ਆ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਇੱਥੇ ਦੂਸਰੇ ਸੂਬਿਆਂ ਵਿੱਚੋਂ ਆਏ ਬੱਚਿਆਂ ਦੀ ਪੜ੍ਹਾਈ ਲਈ ਇੱਕ ਵੱਖਰਾ ਵਿਸ਼ੇਸ਼ ਸਕੂਲ ਖੋਲ੍ਹਿਆ ਜਾ ਰਿਹਾ ਹੈ, ਕਿ ਸਰਕਾਰ ਇਹੋ ਜਿਹਾ ਪ੍ਰਬੰਧ ਕਰ ਰਹੀ ਹੈ ਕਿ ਜਿਹੜੇ ਲੋਕ ਦੂਸਰੇ ਸੂਬਿਆਂ ਤੋਂ ਆਏ ਆ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਉਹਨਾਂ ਲਈ ਇੱਕ ਵੱਖਰਾ ਸਕੂਲ ਖੋਲ੍ਹਿਆ ਜਾ ਰਿਹਾ ਵਾ। ਸਰਕਾਰ ਵੱਲੋਂ ਅਧਿਆਪਕ ਵੀ ਨਿਯੁਕਤ ਕੀਤੇ ਗਏ ਹਨ ਜੋ ਉਹਨਾਂ ਦੇ ਰਹਿਣ ਵਾਲੇ ਸਥਾਨ ਉੱਤੇ ਜਾ ਕੇ ਉਹਨਾਂ ਨੂੰ ਪੜ੍ਹਾਉਣਗੇ। ਸਰਕਾਰ ਨੇ ਅਧਿਆਪਕ ਵੀ ਲਾ ਦਿੱਤੇ ਆ। ਉਹਨਾਂ ਬੱਚਿਆਂ ਨੂੰ ਸਕੂਲ ਜਾਣ ਦੀ ਲੋੜ ਨਹੀਂ, ਸਗੋਂ ਅਧਿਆਪਕ ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਪੜ੍ਹਾਈ ਕਰਾਉਣਗੇ। ਸੋਨੂ, ਕੀ ਉਹ ਹਮੇਸ਼ਾ ਇਸੇ ਤਰ੍ਹਾਂ ਹੀ ਰਹਿੰਦੇ ਸਨ? ਹੁਣ ਸੋਨੂ ਅਗਲੀ ਗੱਲ ਪੁੱਛ ਰਿਹਾ ਪਿਤਾ ਜੀ ਨੂੰ ਕਿ ਕੀ ਹਮੇਸ਼ਾ ਹੀ ਇਹ ਲੋਕ ਇਸ ਤਰ੍ਹਾਂ ਰਹਿੰਦੇ ਆ ਵੀ ਆਪਣੇ ਘਰ ਕਦੀ ਨਹੀਂ ਰਹਿੰਦੇ, ਇਹਨਾਂ ਦਾ ਕੋਈ ਆਪਣਾ ਘਰ ਨਹੀਂ ਹੋਏਗਾ? ਪਿਤਾ ਜੀ, ਨਹੀਂ, ਆਪਣੇ ਸੂਬੇ ਵਿੱਚ ਤਾਂ ਇਹਨਾਂ ਦੇ ਵੀ ਘਰ ਹਨ, ਕੁਝ ਕੋਲ ਜ਼ਮੀਨ ਆਦਿ ਵੀ, ਪਰ ਉੱਥੇ ਖੇਤੀ ਤੋਂ ਪੈਦਾਵਾਰ ਬਹੁਤ ਘੱਟ ਹੁੰਦੀ ਹੈ, ਇਸ ਲਈ ਇਹਨਾਂ ਨੂੰ ਰੁਜ਼ਗਾਰ ਲਈ ਦੂਰ ਦੂਰ ਜਾਣਾ ਪੈਂਦਾ ਹੈ। ਪਿਤਾ ਜੀ ਨੇ ਸੋਨੂ ਨੂੰ ਦੱਸਿਆ ਕਿ ਨਹੀਂ, ਜਿਹੜੇ ਸੂਬੇ ਦੇ ਇਹ ਜੱਦੀ ਲੋਕ ਹਨ ਉੱਥੇ ਇਹਨਾਂ ਦੇ ਘਰ ਵੀ ਹਨ ਤੇ ਇਹਨਾਂ ਕੋਲ ਜ਼ਮੀਨ ਵੀ ਆ,
ਪਰ ਜ਼ਮੀਨ ਦੇ ਵਿੱਚੋਂ ਪੈਦਾਵਾਰ ਜ਼ਿਆਦਾ ਨਹੀਂ ਹੁੰਦੀ, ਇਸ ਕਰਕੇ ਇਹ ਕੰਮ ਦੀ ਭਾਲ ਵਿੱਚ ਦੂਸਰੀ ਜਗ੍ਹਾ ਚਲੇ ਜਾਂਦੇ ਆ। ਸੋਨੂੰ, ਪਰ ਇਉਂ ਦੂਸਰੇ ਥਾਂ ਆ ਕੇ ਤਾਂ ਇਹਨਾਂ ਨੂੰ ਬਹੁਤ ਮੁਸ਼ਕਲ ਹੁੰਦਾ ਹੋਵੇਗਾ। ਆਪਾਂ ਨੂੰ ਹੀ ਕਿੰਨਾ ਔਖਾ ਲੱਗ ਰਿਹਾ ਹੈ, ਇਹ ਤਾਂ ਆਪਣੇ ਘਰਾਂ ਤੋਂ ਬਹੁਤ ਹੀ ਦੂਰ ਦੂਸਰੇ ਸੂਬੇ ਵਿੱਚ ਆਏ ਹੋਏ ਹਨ। ਹੁਣ ਸੋਨੂੰ ਨੂੰ ਲੱਗਿਆ ਕਿ ਅਸੀਂ ਤਾਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵਿੱਚ ਗਏ ਹਾਂ, ਸੂਬਾ ਤਾਂ ਸਾਡਾ ਉਹੀ ਆ, ਪਰ ਇਹ ਲੋਕ ਤਾਂ ਆਪਣੇ ਸੂਬੇ ਤੋਂ ਦੂਸਰੇ ਸੂਬੇ ਵਿੱਚ ਚਲੇ ਗਏ ਆ। ਇਹਨਾਂ ਨੂੰ ਤਾਂ ਬਹੁਤ ਹੀ ਔਖਾ ਲੱਗਦਾ ਹੋਣਾ ਹੈ। ਪਿਤਾ ਜੀ, ਹਾਂ ਹੁੰਦਾ ਤਾਂ ਹੈ। ਇਹਨਾਂ ਦੇ ਪਰਿਵਾਰਾਂ ਦੇ ਕੁਝ ਜੀਅ ਉੱਥੇ ਰਹਿ ਜਾਂਦੇ ਹਨ। ਇਹਨਾਂ ਨੂੰ ਆਪਣੇ ਭੈਣ ਭਰਾਵਾਂ ਤੋਂ ਦੂਰ ਆਉਣਾ ਪੈਂਦਾ ਹੈ। ਬੱਚੇ ਪੜ੍ਹ ਨਹੀਂ ਸਕਦੇ, ਪਰ ਇੱਥੇ ਇਹਨਾਂ ਨੂੰ ਕਮਾਈ ਵੱਧ ਹੋ ਜਾਂਦੀ ਹੈ। ਇਸ ਵਿੱਚੋਂ ਕੁਝ ਪੈਸੇ ਬਚਾ ਕੇ ਇਹ ਘਰ ਭੇਜ ਦਿੰਦੇ ਹਨ, ਜਿਸ ਨਾਲ ਉਧਰਲੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਹੈ। ਪਿਤਾ ਜੀ ਸਮਝਾ ਰਹੇ ਸੋਨੂੰ ਨੂੰ ਵੀ ਮੁਸ਼ਕਿਲ ਤਾਂ ਆਉਣੀ ਆ, ਜਿਹੜੇ ਇੰਨੀ ਦੂਰ ਆਏ ਹੋਏ ਆ, ਫਿਰ ਸਾਰਾ ਪਰਿਵਾਰ ਵੀ ਇਕੱਠਾ ਨਹੀਂ ਆ, ਕੁਝ ਜੀ ਇੱਥੇ ਹਨ ਤੇ ਕੁਝ ਪਿੱਛੇ ਰਹਿ ਗਏ ਆ। ਪਰ ਗੱਲ ਇਹ ਹੈ ਕਿ ਇੱਥੇ ਕੰਮ ਕਰਕੇ ਇਹਨਾਂ ਨੂੰ ਪੈਸਾ ਵਧੀਆ ਮਿਲ ਜਾਂਦਾ ਹੈ, ਤੇ ਇਸ ਕਰਕੇ ਪੈਸੇ ਪਿੱਛੇ ਆਪਣੇ ਪਰਿਵਾਰ ਨੂੰ ਭੇਜਦੇ ਆ, ਤੇ ਜਿਸ ਕਰਕੇ ਉੱਧਰ ਉਹਨਾਂ ਦਾ ਗੁਜ਼ਰ ਬਸਰ ਵਧੀਆ ਹੋ ਜਾਂਦਾ। ਬੱਚਿਓ, ਹੁਣ ਇੱਥੇ ਇਹ ਪ੍ਰਸ਼ਨ ਉੱਠਦਾ ਕਿ ਪ੍ਰਵਾਸ ਕਿਹਨਾਂ ਹਾਲਤਾਂ ਵਿੱਚ ਕਰਨਾ ਪੈਂਦਾ ਹੈ। ਕੁਦਰਤੀ ਆਫਤਾਂ ਅਤੇ ਪ੍ਰਵਾਸ। ਜਿਵੇਂ ਕਿ ਤੁਸੀਂ ਪੜ੍ਹ ਚੁੱਕੇ ਹੋ ਕਿ ਰੁਜ਼ਗਾਰ ਜਾਂ ਕੰਮ ਦੀ ਭਾਲ ਵਿੱਚ ਲੋਕ ਇੱਕ ਥਾਂ ਤੋਂ ਦੂਜੀ ਥਾਂ 'ਤੇ ਪ੍ਰਵਾਸ ਕਰਦੇ ਹਨ। ਇੱਕ ਕਾਰਨ ਤਾਂ ਇਹ ਹੈ ਕਿ ਕੰਮ ਦੀ ਭਾਲ ਵਿੱਚ ਲੋਕਾਂ ਦੁਆਰਾ ਪ੍ਰਵਾਸ ਕੀਤਾ ਜਾਂਦਾ ਹੈ। ਹੋਰ ਕੀ ਕਾਰਨ ਹਨ? ਕਈ ਵਾਰ ਕੁਦਰਤੀ ਆਫਤਾਂ ਜਿਹੜੀਆਂ ਕੁਦਰਤ ਵੱਲੋਂ, ਕੁਦਰਤ ਦੇ ਕਾਰਨ ਕੁਝ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਸਾਡੀ ਜ਼ਿੰਦਗੀ ਦੇ ਵਿੱਚ। ਕੁਦਰਤੀ ਆਫਤਾਂ ਵੀ ਲੋਕਾਂ ਦੇ ਪ੍ਰਵਾਸ ਦਾ ਕਾਰਨ ਬਣਦੀਆਂ ਹਨ। ਹੜ੍ਹ ਜਾਂ ਭੂਚਾਲ ਆਉਣ 'ਤੇ ਲੋਕਾਂ ਦੇ ਘਰ ਢਹਿ ਜਾਂਦੇ ਹਨ। ਕਈ ਵਾਰ ਹੜ੍ਹ ਆਉਂਦੇ ਆ ਜਾਂ ਭੂਚਾਲ ਆ ਜਾਂਦਾ, ਜਿਸ ਕਰਕੇ ਲੋਕਾਂ ਦੇ ਘਰ ਢਹਿ ਜਾਂਦੇ ਆ, ਤੇ ਫਿਰ ਉਹ ਨਵੀਂ ਜਗ੍ਹਾ ਚਲੇ ਜਾਂਦੇ ਆ। ਸੋਕੇ ਵਰਗੀਆਂ ਹਾਲਤਾਂ ਵਿੱਚ, ਸੋਕਾ ਜਦੋਂ ਬਿਲਕੁਲ ਵੀ ਮੀਂਹ ਨਹੀਂ ਪੈਂਦਾ ਤੇ ਅਨਾਜ ਦੀ ਪੈਦਾਵਾਰ ਨਹੀਂ ਹੁੰਦੀ, ਸੋਕੇ ਵਰਗੀਆਂ ਹਾਲਤਾਂ ਵਿੱਚ ਭੋਜਨ ਦੀ ਕਮੀ ਹੋਣ ਕਾਰਨ ਵੀ ਲੋਕਾਂ ਨੂੰ ਪ੍ਰਵਾਸ ਕਰਨਾ ਪੈਂਦਾ ਹੈ। 3 ਕਾਰਨ ਦੱਸੇ ਗਏ ਨੇ। ਪਹਿਲਾ ਕਾਰਨ ਕੰਮ ਦੀ ਭਾਲ ਵਿੱਚ, ਦੂਸਰਾ ਕੁਦਰਤੀ ਆਫਤਾਂ, ਹੜ੍ਹ ਜਾਂ ਭੂਚਾਲ ਆਉਣ ਦੀ ਸੂਰਤ ਵਿੱਚ, ਤੇ ਤੀਸਰਾ ਸੋਕੇ ਦੇ ਕਾਰਨ, ਅਨਾਜ ਦੀ ਕਮੀ ਹੋਣ ਦੇ ਕਾਰਨ ਲੋਕਾਂ ਨੂੰ ਪ੍ਰਵਾਸ ਕਰਨਾ ਪੈਂਦਾ ਹੈ। ਸੋਨੂੰ ਹੁਣ ਅੱਗੇ ਆਪਣੇ ਪਿਤਾ ਜੀ ਤੋਂ ਕੁਝ ਹੋਰ ਜਾਣਨਾ ਚਾਹ ਰਿਹਾ ਹੈ। ਸੋਨੂੰ, ਪਿਤਾ ਜੀ, ਆਪਣੇ ਸ਼ਹਿਰ ਵਿੱਚੋਂ ਝੁੱਗੀਆਂ ਵਾਲਿਆਂ ਨੂੰ ਕਿਉਂ ਉਜਾੜਿਆ ਜਾ ਰਿਹਾ ਹੈ? ਉਹ ਤਾਂ ਉੱਥੇ ਆਸ-ਪਾਸ ਹੀ ਘਰਾਂ ਵਿੱਚ ਕੰਮ ਕਰਦੇ ਸਨ। ਹੁਣ ਸੋਨੂੰ ਨੂੰ ਯਾਦ ਆਇਆ ਕਿ ਉਹਨਾਂ ਦੇ ਸ਼ਹਿਰ ਵਿੱਚੋਂ ਇੱਕ ਵਾਰ ਝੁੱਗੀਆਂ ਵਾਲਿਆਂ ਨੂੰ ਉਠਾਇਆ ਗਿਆ ਸੀ। ਉਸ ਦਾ ਕਾਰਨ ਸੋਨੂੰ ਜਾਣਨਾ ਚਾਹੁੰਦਾ ਹੈ ਪਿਤਾ ਜੀ ਕੋਲੋਂ। ਪਿਤਾ ਜੀ, ਉਹਨਾਂ ਨੂੰ ਉੱਥੋਂ ਹਟਾਉਣਾ ਸਰਕਾਰ ਦੀ ਮਜਬੂਰੀ ਸੀ, ਕਿਉਂਕਿ ਉੱਥੇ ਆਬਾਦੀ ਬਹੁਤ ਵੱਧ ਗਈ ਸੀ। ਸੜਕ ਚੌੜੀ ਕਰਨੀ ਸੀ, ਪਰ ਸੜਕ ਕਿਨਾਰੇ ਉਹਨਾਂ ਦੀਆਂ ਝੁੱਗੀਆਂ ਸਨ। ਪਿਤਾ ਜੀ ਨੇ ਸਮਝਾਇਆ ਕਿ ਸਰਕਾਰ ਦੀ ਮਜਬੂਰੀ ਬਣ ਗਈ ਸੀ ਉੱਥੋਂ ਝੁੱਗੀਆਂ ਨੂੰ ਹਟਾਉਣਾ, ਕਿਉਂਕਿ ਸੜਕ ਚੌੜੀ ਕੀਤੀ ਜਾਣੀ ਸੀ, ਤੇ ਝੁੱਗੀਆਂ ਵੀ ਉਸ ਜਗ੍ਹਾ ਵਿੱਚ ਹੀ ਸਨ ਜਿਹੜੀ ਜਗ੍ਹਾ ਸਰਕਾਰ ਨੂੰ ਸੜਕ ਚੌੜੀ ਕਰਨ ਲਈ ਚਾਹੀਦੀ ਸੀ। ਸੋ ਉਹ ਰੋਜ਼ਗਾਰ ਦੀ ਖਾਤਰ ਨਹੀਂ, ਸਗੋਂ ਉੱਥੋਂ ਕਿਸੇ ਹੋਰ ਕਾਰਨ ਕਰਕੇ ਉਹਨਾਂ ਨੂੰ ਜਾਣਾ ਪਿਆ ਆ। ਉਹਨਾਂ ਦਾ ਤਾਂ ਪਹਿਲਾ ਰੋਜ਼ਗਾਰ ਵੀ ਖਤਮ ਹੋ ਗਿਆ ਕਿ ਇਹਨਾਂ ਲੋਕਾਂ ਦੇ ਪ੍ਰਵਾਸ ਦਾ ਕਾਰਨ ਕੋਈ ਹੋਰ ਬਣਿਆ। ਇਹਨਾਂ ਨੂੰ ਰੋਜ਼ਗਾਰ ਦੀ ਖਾਤਰ ਨਹੀਂ ਕਿਤੇ ਜਾਣਾ ਪਿਆ, ਸਗੋਂ ਇਹ ਪ੍ਰਵਾਸ ਦੇ ਕਾਰਨ ਤਾਂ ਉਹਨਾਂ ਦਾ ਪਹਿਲਾ ਰੋਜ਼ਗਾਰ ਵੀ ਉਹਨਾਂ ਦੇ ਹੱਥੋਂ ਖੁੱਸ ਗਿਆ ਆ। ਹੁਣ ਉਹਨਾਂ ਨੂੰ ਨਵੀਆਂ ਥਾਵਾਂ ਉੱਤੇ ਆਪਣੇ ਰਹਿਣ ਅਤੇ ਰੋਜ਼ੀ ਦਾ ਪ੍ਰਬੰਧ ਕਰਨਾ ਪਵੇਗਾ ਕਿ ਇਹਨਾਂ ਲੋਕਾਂ ਨੂੰ ਹੁਣ ਰਹਿਣ ਲਈ ਵੀ ਨਵੀਂ ਥਾਂ ਲੱਭਣੀ ਪਵੇਗੀ, ਤੇ ਉਹਨਾਂ ਲੋਕਾਂ ਨੂੰ ਕੰਮ ਦੀ ਵੀ ਨਵੇਂ ਸਿਰਿਓਂ ਭਾਲ ਕਰਨੀ ਪੈਣੀ ਹੈ। ਬੇਟਾ, ਇਸ ਪਾਠ ਦੇ ਵਿੱਚੋਂ ਕੁਝ ਹੋਰ ਕਿਰਿਆ ਜੋ ਤੁਹਾਡੇ ਕਰਨ ਲਈ ਹੈ ਕਿ ਤੁਸੀਂ ਆਪਣੇ ਮੁਹੱਲੇ ਜਾਂ ਪਿੰਡ ਵਿੱਚ ਉਹਨਾਂ ਪਰਿਵਾਰਾਂ ਦੀ ਸੂਚੀ ਬਣਾਓ ਜੋ ਪਿਛਲੇ ਕੁਝ ਸਾਲਾਂ ਵਿੱਚ ਦੂਸਰੀ ਜਗ੍ਹਾ ਤੋਂ ਆ ਕੇ ਇੱਥੇ ਵਸੇ ਹੋਣ। ਜਾਣਕਾਰੀ ਲਵੋ ਕਿ ਉਹਨਾਂ ਨੂੰ ਨਵੀਂ ਜਗ੍ਹਾ ਕਿਉਂ ਆਉਣਾ ਪਿਆ ਅਤੇ ਇੱਥੇ ਆ ਕੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਫਿਰ ਉਹੀ ਕਾਰਨ ਕਿ ਅਸੀਂ ਇਹ ਜਿਹੇ ਹਾਲਾਤਾਂ ਵਿੱਚ ਕਿਸੇ ਦੇ ਘਰ ਨਹੀਂ ਜਾ ਸਕਦੇ। ਸੋ ਇਹ ਕੰਮ ਕਰਨ ਲਈ ਤੁਸੀਂ ਆਪਣੇ ਘਰ ਦੇ ਹੋਰ ਜੀਆਂ ਦੀ ਸਹਾਇਤਾ ਲੈ ਲੈਣੀ ਹੈ। ਦੂਸਰਾ ਜੋ ਕਰਨ ਵਾਲਾ ਕੰਮ ਹੈ ਤੁਹਾਡਾ, ਤੁਸੀਂ ਆਪਣੀ ਜਾਣ ਪਹਿਚਾਣ ਵਾਲੇ ਉਹਨਾਂ ਲੋਕਾਂ ਦੀ ਸੂਚੀ ਬਣਾਓ ਜੋ ਇੱਥੋਂ ਵਿਦੇਸ਼ ਵਿੱਚ ਜਾ ਕੇ ਰਹਿ ਰਹੇ ਹੋਣ। ਅਜਿਹੇ ਵਿਅਕਤੀਆਂ ਨੂੰ ਮਿਲਣ ਉੱਤੇ ਜਾਂ ਟੈਲੀਫੋਨ ਉੱਤੇ ਗੱਲ ਕਰਨ ਸਮੇਂ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਉੱਥੇ ਰਹਿਣ ਸਮੇਂ ਕਿਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿ ਤੁਹਾਡੀ ਜਾਣ ਪਹਿਚਾਣ ਵਾਲੇ ਜਿਹੜੇ ਲੋਕ
ਕੰਮ ਦੀ ਭਾਲ ਵਿੱਚ ਕਿਸੇ ਹੋਰ ਜਗ੍ਹਾ ਤੇ ਗਏ ਹਨ, ਜਦੋਂ ਉਹ ਤੁਹਾਨੂੰ ਮਿਲਣ ਜਾਂ ਜਦੋਂ ਵੀ ਉਹ ਤੁਹਾਡੇ ਨਾਲ ਫੋਨ ਤੇ ਗੱਲਬਾਤ ਕਰਨ ਤੇ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਜ਼ਰੂਰ ਪੁੱਛਣਾ ਹੈ। ਯਾਦ ਰੱਖਣ ਯੋਗ ਗੱਲਾਂ ਇਸ ਪਾਠ ਦੇ ਵਿੱਚੋਂ ਜੋ ਉੱਪਰ ਕੇ ਆਈਆਂ ਨੇ। ਦੂਸਰੇ ਰਾਜਾਂ ਤੋਂ ਕੰਮ ਦੀ ਭਾਲ ਵਿੱਚ ਆਏ ਲੋਕਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ। ਪ੍ਰਵਾਸੀ ਲੋਕਾਂ ਦੀ ਭਾਸ਼ਾ ਵੱਖਰੀ ਹੋਣ ਕਾਰਨ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ। ਤੀਸਰੀ ਗੱਲ ਹੈ, ਪ੍ਰਵਾਸ ਦੌਰਾਨ ਲੋਕ ਬਹੁਤ ਕੁਝ ਨਵਾਂ ਦੇਖਦੇ ਅਤੇ ਸਿੱਖਦੇ ਹਨ। ਇਸ ਤੋਂ ਇਲਾਵਾ ਬੇਟਾ ਕੁਝ ਹੋਰ ਅਭਿਆਸ ਦੇ ਪ੍ਰਸ਼ਨ ਦਿੱਤੇ ਗਏ ਹਨ ਜੋ ਅਸੀਂ ਕਰਾਂਗੇ। ਖਾਲੀ ਥਾਵਾਂ ਭਰਨੀਆਂ ਨੇ, ਸ਼ਬਦ ਦਿੱਤੇ ਹੋਏ ਨੇ, ਖਾਲੀ ਥਾਂ ਦਿੱਤੀ ਹੋਈ ਹੈ। ਧਿਆਨ ਨਾਲ ਸੁਣਨਾ। ਸ਼ਹਿਰ ਤੋਂ ਦੂਰ ਖਾਲੀ ਥਾਂ ਬਣ ਰਿਹਾ ਸੀ। ਇਸ ਖਾਲੀ ਥਾਂ 'ਚ ਅਸੀਂ ਭਰਾਂਗੇ ਥਰਮਲ ਪਲਾਂਟ। ਸ਼ਹਿਰ ਤੋਂ ਦੂਰ ਥਰਮਲ ਪਲਾਂਟ ਬਣ ਰਿਹਾ ਸੀ। ਪਾਠ ਵਿੱਚ ਪੜ੍ਹਿਆ ਸੀ ਅਸੀਂ ਪਹਿਲੇ ਹੀ ਸਤਰ ਦੇ ਵਿੱਚ। ਦੂਸਰੇ ਸੂਬਿਆਂ ਤੋਂ ਕੰਮ ਕਰਨ ਆਏ ਲੋਕਾਂ ਨੂੰ ਖਾਲੀ ਥਾਂ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ ਦੂਸਰੇ ਸੂਬਿਆਂ ਤੋਂ ਆਏ ਲੋਕਾਂ ਨੂੰ? ਜੀ ਹਾਂ, ਬਿਲਕੁਲ ਸ਼ਾਬਾਸ਼, ਪ੍ਰਵਾਸੀ। ਦੂਸਰੇ ਸੂਬਿਆਂ ਤੋਂ ਕੰਮ ਕਰਨ ਆਏ ਲੋਕਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਖਾਲੀ ਥਾਂ ਲਈ ਦੂਰ ਦੂਰ ਜਾਣਾ ਪੈਂਦਾ ਹੈ। ਕਾਹਦੀ ਭਾਲ 'ਚ ਜਾਣਾ ਪੈਂਦਾ ਹੈ? ਬਿਲਕੁਲ ਰੁਜ਼ਗਾਰ ਦੀ। ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਲਈ ਦੂਰ ਦੂਰ ਜਾਣਾ ਪੈਂਦਾ ਹੈ। ਅਗਲਾ ਹੈ, ਮੀਂਹ ਹਨੇਰੀ ਆਉਣ 'ਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਖਾਲੀ ਥਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿਲਕੁਲ ਠੀਕ, ਮੁਸ਼ਕਲਾਂ। ਮੀਂਹ ਹਨੇਰੀ ਆਉਣ ਉੱਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਬੇਟਾ ਅਸੀਂ ਕੁਝ ਪ੍ਰਸ਼ਨ ਜਿਹੜੇ ਨੇ ਉਹ ਵੀ ਕਰਾਂਗੇ। ਮਲਟੀਪਲ ਚੋਇਸ ਕੁਐਸਚਨ, ਬਹੁ ਵਿਕਲਪੀ ਪ੍ਰਸ਼ਨ ਦਿੱਤੇ ਗਏ ਨੇ। ਇੱਕ ਪ੍ਰਸ਼ਨ ਤੇ ਉਸ ਦੀਆਂ ਤਿੰਨ ਉਹਦੇ ਵਿਕਲਪ ਦਿੱਤੇ ਨੇ। ਸਹੀ ਵਿਕਲਪ ਚੁਣਨਾ ਹੈ। ਸੋਨੂ ਦੇ ਪਿਤਾ ਜੀ ਸਨ। ਵਿਕਲਪ ਨੇ ਅਧਿਆਪਕ, ਡਾਕਟਰ, ਇੰਜੀਨੀਅਰ। ਬਿਲਕੁਲ ਠੀਕ। ਇਸ ਪ੍ਰਸ਼ਨ ਦਾ ਉੱਤਰ ਕੀ ਹੈ? ਸੋਨੂ ਦੇ ਪਿਤਾ ਜੀ ਇੰਜੀਨੀਅਰ ਸਨ। ਅਗਲਾ ਪ੍ਰਸ਼ਨ ਹੈ, ਸੜਕ ਨੂੰ ਵਧਾਉਣ ਲਈ ਕੀ ਤੋੜਨਾ ਪੈਣਾ ਸੀ? ਵਿਕਲਪ ਨੇ ਮਕਾਨ, ਝੁੱਗੀਆਂ, ਕੋਠੀਆਂ। ਬਿਲਕੁਲ ਠੀਕ, ਝੁੱਗੀਆਂ। ਸੜਕ ਨੂੰ ਵਧਾਉਣ ਲਈ ਝੁੱਗੀਆਂ ਤੋੜਨਾ ਪੈਣਾ ਸੀ। ਛੋਟੇ ਕਮਰਿਆਂ ਵਿੱਚ ਰਹਿਣਾ ਕਿਵੇਂ ਲੱਗਦਾ ਹੈ? ਵਿਕਲਪ ਨੇ ਔਖਾ, ਸੌਖਾ, ਪਤਾ ਨਹੀਂ। ਇਸ ਦਾ ਉੱਤਰ ਹੈ ਔਖਾ। ਥਰਮਲ ਪਲਾਂਟ ਵਿੱਚ ਕੰਮ ਕਰਨ ਵਾਲਿਆਂ ਲਈ ਬਣਾਇਆ ਗਿਆ ਸੀ। ਵਿਕਲਪ ਨੇ ਫਲੈਟ, ਕਲੋਨੀ, ਬਹੁਮੰਜ਼ਲੀ ਇਮਾਰਤ। ਬਿਲਕੁਲ ਠੀਕ, ਕਲੋਨੀ ਬਣਾਈ ਗਈ ਸੀ। ਅਗਲਾ ਪ੍ਰਸ਼ਨ ਹੈ, ਸੋਨੂ ਦੇ ਪਿਤਾ ਨੂੰ ਨਵੀਂ ਜਗ੍ਹਾ 'ਤੇ ਕਿਉਂ ਆਉਣਾ ਪਿਆ? ਉੱਤਰ ਹੈ, ਸੋਨੂ ਦੇ ਪਿਤਾ ਜੀ ਥਰਮਲ ਪਲਾਂਟ ਵਿੱਚ ਇੰਜੀਨੀਅਰ ਸਨ। ਉਹਨਾਂ ਦੀ ਬਦਲੀ ਨਵੇਂ ਬਣ ਰਹੇ ਥਰਮਲ ਪਲਾਂਟ ਵਿੱਚ ਹੋਣ ਕਾਰਨ ਉਹਨਾਂ ਨੂੰ ਨਵੀਂ ਜਗ੍ਹਾ ਆਉਣਾ ਪਿਆ। ਦੂਸਰਾ ਪ੍ਰਸ਼ਨ ਹੈ, ਪ੍ਰਵਾਸੀ ਕਿਹਨਾਂ ਨੂੰ ਕਿਹਾ ਜਾਂਦਾ ਹੈ? ਉੱਤਰ ਹੈ, ਇੱਕ ਸੂਬੇ ਤੋਂ ਦੂਸਰੇ ਸੂਬੇ ਵਿੱਚ ਕੰਮ ਕਰਨ ਲਈ ਆਏ ਲੋਕਾਂ ਨੂੰ ਪ੍ਰਵਾਸੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਲੋਕਾਂ ਨੂੰ ਪ੍ਰਵਾਸ ਕਿਉਂ ਕਰਨਾ ਪੈਂਦਾ ਹੈ? ਉੱਤਰ ਹੈ, ਲੋਕਾਂ ਨੂੰ ਰੁਜ਼ਗਾਰ ਲਈ ਪ੍ਰਵਾਸ ਕਰਨਾ ਪੈਂਦਾ ਹੈ। ਕਈ ਵਾਰ ਨੌਕਰੀ ਵਿੱਚ ਬਦਲੀ ਹੋਣ ਕਾਰਨ ਅਤੇ ਕੁਦਰਤੀ ਆਫਤਾਂ ਕਾਰਨ ਵੀ ਪ੍ਰਵਾਸ ਕਰਨਾ ਪੈਂਦਾ ਹੈ। ਸਾਡਾ ਆਖਰੀ ਪ੍ਰਸ਼ਨ ਹੈ, ਪ੍ਰਵਾਸੀ ਲੋਕਾਂ ਦੇ ਬੱਚਿਆਂ ਨੂੰ ਪੜ੍ਹਨ ਵਿੱਚ ਮੁਸ਼ਕਲ ਕਿਉਂ ਆਉਂਦੀ ਹੈ? ਉੱਤਰ ਹੈ, ਉਹਨਾਂ ਦੀ ਭਾਸ਼ਾ ਵੱਖਰੀ ਹੋਣ ਕਾਰਨ ਸਕੂਲ ਵਿੱਚ ਬੋਲੀ ਅਤੇ ਲਿਖੀ ਪੜ੍ਹੀ ਜਾਣ ਵਾਲੀ ਭਾਸ਼ਾ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਕੰਮ ਦੀ ਭਾਲ ਵਿੱਚ ਵਾਰ-ਵਾਰ ਰਹਿਣ ਦੀ ਜਗ੍ਹਾ ਬਦਲਣੀ ਪੈਂਦੀ ਹੈ, ਜਿਸ ਕਾਰਨ ਪੜ੍ਹਾਈ ਵਿੱਚ ਰੁਕਾਵਟ ਪੈਂਦੀ ਹੈ। ਇਹ ਉੱਤਰ ਮੈਂ ਦੁਹਰਾ ਰਹੀ ਹਾਂ ਕਿ ਉਹਨਾਂ ਦੀ ਭਾਸ਼ਾ ਵੱਖਰੀ ਹੋਣ ਕਾਰਨ ਸਕੂਲ ਵਿੱਚ ਬੋਲੀ ਅਤੇ ਲਿਖੀ ਪੜ੍ਹੀ ਜਾਣ ਵਾਲੀ ਭਾਸ਼ਾ ਸਮਝਣ ਵਿੱਚ ਮੁਸ਼ਕਿਲ ਆਉਂਦੀ ਹੈ। ਕੰਮ ਦੀ ਭਾਲ ਵਿੱਚ ਵਾਰ-ਵਾਰ ਰਹਿਣ ਦੀ ਜਗ੍ਹਾ ਬਦਲਣੀ ਪੈਂਦੀ ਹੈ, ਜਿਸ ਕਾਰਨ ਪੜ੍ਹਾਈ ਵਿੱਚ ਰੁਕਾਵਟ ਪੈਂਦੀ ਹੈ। ਬੱਚਿਓ, ਇਸ ਪਾਠ ਨੂੰ ਤੁਸੀਂ ਇੱਕ ਵਾਰ ਫਿਰ ਆਪਣੀ ਕਿਤਾਬ ਤੋਂ ਦੁਬਾਰਾ ਧਿਆਨ ਨਾਲ ਪੜ੍ਹਨਾ ਹੈ ਤੇ ਅਭਿਆਸ ਦੇ ਜਿੰਨੇ ਵੀ ਪ੍ਰਸ਼ਨ ਦਿੱਤੇ ਹੋਏ ਹਨ, ਜਿਹੜੇ ਕਿ ਅੱਜ ਆਪਾਂ ਵਿਚਾਰ ਲਏ ਹਨ, ਇਹਨਾਂ ਪ੍ਰਸ਼ਨਾਂ ਬਾਰੇ ਵਿਚਾਰ ਵਟਾਂਦਰਾ ਕਰ ਲਿਆ ਹੈ। ਇਹ ਤੁਸੀਂ ਆਪਣੀ ਕਿਤਾਬ ਉੱਪਰ ਜਾਂ ਕਾਪੀ ਦੇ ਉੱਪਰ ਜ਼ਰੂਰ ਕਰ ਲੈਣੇ ਹਨ ਤੇ ਫਿਰ ਆਪਾਂ ਦੁਬਾਰਾ ਨਵੇਂ ਵਿਸ਼ੇ ਤੇ ਨਵੇਂ ਕਿਸੇ ਪਾਠ ਦੇ ਨਾਲ ਮੁਲਾਕਾਤ ਜਲਦੀ ਹੀ ਕਰਾਂਗੇ। ਦੁਆਬਾ ਰੇਡੀਓ ਦੇ ਮਾਧਿਅਮ ਰਾਹੀਂ।
ਬਹੁਤ ਬਹੁਤ ਧੰਨਵਾਦ। ਦੁਆਬਾ ਰੇਡੀਓ।